ਸਤਿ ਸ਼੍ਰੀ ਅਕਾਲ ਜੀ। ਪਿੰਡੂ ਆਸਟ੍ਰੇਲੀਆ ਦੀ ਟੀਮ ਜਿਹੜੀ ਸਿੰਘੂ ਬਾਰਡਰ ਤੇ ਅੱਜ ਫੇਰ ਆਈ ਹੋਈ ਆ। ਸਾਡੇ ਇੱਥੇ ਸਾਡੀ ਟੀਮ ਦੇ ਮੈਂਬਰ ਹੀ ਕਮਲ ਬਰਾੜ ਜਿਹੜੇ ਨੇ ਪਿਛਲੇ 15 ਦਿਨ ਤੋਂ ਜਦੋਂ ਦਾ ਵੀ ਇੱਥੇ ਦਿੱਲੀ ਦੇ ਵਿੱਚ ਧਰਨਾ ਲੱਗਾ ਹੋਇਆ ਉਦੋਂ ਦੇ ਇੱਥੇ ਨੇ, ਤੇ ਮੈਂ ਚਾਹੁੰਦੀ ਹਾਂ ਕਿ ਕਮਲ ਬਰਾੜ ਜੀ ਦੇ ਨਾਲ ਥੋੜੀ ਜਿਹੀ ਗੱਲ ਕਰੀਏ ਕਿ ਇੱਥੇ ਦੇ ਜਿਹੜੇ ਸਮੱਸਿਆਵਾਂ ਨੇ। ਸਤਿ ਸ਼੍ਰੀ ਅਕਾਲ ਕਮਲ ਬਰਾੜ ਜੀ। ਹਾਂਜੀ ਕਮਲ, ਤੁਸੀਂ ਇਹ ਦੱਸੋ ਕਿ ਤੁਸੀਂ 15 ਦਿਨ ਤੋਂ ਇੱਥੇ ਰਹਿ ਰਹੇ ਹੋ ਧਰਨੇ ਦੇ ਉੱਪਰ, ਕੀ ਤੁਸੀਂ ਦੇਖ ਰਹੇ ਹੋ ਕਿਹੜੀਆਂ ਇੱਥੇ ਸਮੱਸਿਆਵਾਂ ਨੇ, ਜਾਂ ਮੌਸਮ ਕਰਕੇ ਕਿਉਂਕਿ ਠੰਡ ਬਹੁਤ ਜ਼ਿਆਦਾ ਵੱਧ ਰਹੀ ਆ, ਤੁਸੀਂ ਦੇਖ ਰਹੇ ਹੋ ਸਾਰੇ ਆਸੇ ਪਾਸੇ ਤੁਸੀਂ ਦੇਖ ਰਹੇ ਹੋ, ਕਿਹੜੀਆਂ ਚੀਜ਼ਾਂ ਲੱਗਦੀਆਂ ਕਿ ਤੁਹਾਨੂੰ ਜ਼ਰੂਰਤ ਹੋਰ ਹੈ, ਅਪੀਲ ਕਰਨੀ ਸੀ? ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਪਹਿਲਾਂ ਤਾਂ 14-15 ਦਿਨ ਲਈ ਮੈਂ ਆਪਣੇ ਟੀਕਰੀ ਬਾਰਡਰ ਸੀਗਾ, ਜਿੱਥੇ ਕਿ ਦੂਸਰੀ ਜਗ੍ਹਾ ਜਿੱਥੇ ਧਰਨਾ ਲੱਗਿਆ ਹੋਇਆ ਆਪਣੇ ਕਿਸਾਨਾਂ ਦਾ, ਤੇ ਪਹਿਲੇ ਦਿਨੋਂ ਹੀ ਸਮੱਸਿਆਵਾਂ ਤਾਂ ਆਉਣ ਲੱਗ ਗਈਆਂ ਸੀਗੀਆਂ, ਬਟ ਹੌਲੀ ਕਰਕੇ ਜਿਵੇਂ ਉੱਥੋਂ ਦੇ ਲੋਕਲ ਲੋਕ ਸੀਗੇ ਉਹ ਮਦਦ ਪਹੁੰਚਾਉਂਦੇ ਰਹੇ। ਪਾਣੀ ਦੀ ਹੋਵੇ, ਚਾਹੇ ਗਰਮ ਪਾਣੀ ਦੀ ਹੋਵੇ, ਲੱਕੜਾਂ ਦੀ ਹੋਵੇ, ਜਾਂ ਖਾਣ ਪੀਣ ਦੀ ਸਮੱਗਰੀ ਹੋਵੇ, ਪਰ ਫਿਰ ਵੀ ਕੋਈ ਨਾ ਕੋਈ ਦਿੱਕਤਾਂ ਵਿੱਚ ਆਉਂਦੀਆਂ ਰਹਿੰਦੀਆਂ। ਸ਼ੁਰੂ ਮੈਂ ਕਰੂੰਗਾ, ਜਿਵੇਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਲੋੜ ਹੁੰਦੀ ਹੈ ਪਾਣੀ ਦੀ। ਪਾਣੀ ਆਪਾਂ ਨੂੰ ਨਹਾਉਣ ਨੂੰ, ਜਾਂ ਆਪਣੇ ਕੱਪੜੇ ਧੋਣ ਲਈ, ਜਾਂ ਹੋਰ ਵੀ ਕੰਮਾਂ ਵਾਸਤੇ, ਰੋਟੀ ਪਕਾਉਣ ਲਈ ਪਾਣੀ ਦੀ ਲੋੜ ਹੁੰਦੀ ਹੈ। ਤਾਂ ਪਾਣੀ ਦੀ ਜਿਹੜੀ ਉੱਥੇ ਕੁਆਲਿਟੀ ਹੈਗੀ ਹੈ ਉਹ ਐਡੀ ਵਧੀਆ ਨਹੀਂ ਹੈਗੀ ਕਈ ਥਾਵਾਂ 'ਤੇ, ਜਿੱਥੇ ਕਿ ਆਪਣੇ ਕਿਸਾਨ ਭਰਾਵਾਂ ਨੂੰ ਬਹੁਤ ਦਿੱਕਤ ਆਉਂਦੀ ਸੀਗੀ। ਅਤੇ ਉੱਥੋਂ ਦੇ ਜਿਹੜੇ ਲੋਕਲ ਬੰਦੇ ਸੀਗੇ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਪਾਣੀ ਦੇ ਟੈਂਕਰ ਸਾਨੂੰ ਪਹੁੰਚਾਏ ਜਾ ਰਹੇ ਸੀਗੇ। ਕਈ ਜਿਹੜੇ ਲੋਕਲ ਲੋਕ ਸੀਗੇ ਉਹਨਾਂ ਨੇ ਸਾਡੇ ਨਾਲ ਸਿੱਧਾ ਸੰਪਰਕ ਕੀਤਾ ਵੀ ਤੁਹਾਨੂੰ ਕਿੰਨੇ ਟੈਂਕਰ ਚਾਹੀਦੇ ਆ, ਉਸ ਹਿਸਾਬ ਨਾਲ ਉਹ ਸਾਨੂੰ ਹਰ ਰੋਜ਼ ਟੈਂਕਰਾਂ ਦੀ ਪੂਰਤੀ ਕਰਨ ਲੱਗ ਗਏ। ਉਹ ਆਪਦੀ ਜੇਬ ਵਿੱਚੋਂ ਖਰਚ ਕਰਕੇ 1500-1800 ਜਿੰਨੇ ਦਾ ਵੀ ਟੈਂਕਰ ਪੈ ਰਿਹਾ ਸੀ ਉਹ ਸਾਨੂੰ ਪਹੁੰਚਾਉਂਦੇ ਸੀਗੇ। ਫਿਰ ਉਸ ਤੋਂ ਬਾਅਦ ਜੀ ਦੂਜਾ ਜਿਹੜੀ ਚੀਜ਼ ਆਉਂਦੀ ਹੈਗੀ ਹੈ ਉਹ ਹੈਗੀ ਟਰਾਂਸਪੋਰਟੇਸ਼ਨ ਦੀ, ਵੀ ਬਾਜ਼ਾਰ ਦੇ ਵਿੱਚੋਂ ਕੋਈ ਸਾਨੂੰ ਛੋਟੀਆਂ ਮੋਟੀਆਂ ਚੀਜ਼ਾਂ ਵੀ ਚਾਹੀਦੀਆਂ ਹੁੰਦੀਆਂ, ਤਾਂ ਕਰਕੇ ਉਹਦੇ ਵਾਸਤੇ ਟਰੈਕਟਰ ਲਿਜਾਣਾ ਬਾਜ਼ਾਰ ਦੇ ਵਿੱਚ, ਕਿਉਂਕਿ ਅਸੀਂ ਤਾਂ ਟਰੈਕਟਰਾਂ 'ਤੇ ਹੀ ਆਏ ਸੀਗੇ, ਉਹੀ ਸਾਡੇ ਕੋਲ ਸਾਧਨ ਸੀ ਜਾਣ ਨੂੰ। ਅਤੇ ਦੂਸਰਾ ਸੀਗਾ ਪੈਦਲ ਜਾਣਾ, ਜੋ ਕਿ ਬਹੁਤ ਹੀ ਮੁਸ਼ਕਿਲ ਸੀਗਾ। ਸਾਡੇ ਕੋਲ ਕਈ ਵਾਰੀ ਸਿਲੰਡਰ ਹੁੰਦੇ ਸੀਗੇ ਜਾਂ ਹੋਰ ਚੀਜ਼ਾਂ ਹੁੰਦੀਆਂ ਸੀ ਭਾਰੀ, ਜੋ ਅਸੀਂ ਬਾਜ਼ਾਰ ਲਿਜਾਣੀਆਂ ਜਾਂ ਲੈ ਕੇ ਆਉਣੀਆਂ ਹੁੰਦੀਆਂ, ਉਹ ਨਾ ਤਾਂ ਕਿਸੇ 3 ਵੀਲਰ 'ਤੇ ਲਿਆਉਣੀਆਂ ਮੁਮਕਿਨ ਸੀਗੀਆਂ, ਨਾ ਹੀ 2 ਵੀਲਰ 'ਤੇ, ਅਤੇ ਤਾਂ ਕਰਕੇ ਇਹੋ ਜਿਹੀ ਦਿੱਕਤ ਸੀਗੀ। ਫਿਰ ਉਸ ਨੂੰ ਹੌਲੀ ਕਰਕੇ, ਹਾਲਾਂਕਿ ਲੋਕਲਸ ਨੇ ਫਿਰ ਸਾਡਾ ਅੱਗੇ ਸਹਿਯੋਗ 'ਚ ਆਏ ਅਤੇ ਉਹਨਾਂ ਨੇ ਸਾਨੂੰ ਉੱਥੇ ਹੀ ਸੇਵਾ ਪਹੁੰਚਾਉਣੀ ਸ਼ੁਰੂ ਕਰ ਦਿੱਤੀ। ਪਰ ਫਿਰ ਵੀ ਸਾਨੂੰ ਆਪਦੇ ਕੋਈ ਛੋਟੇ ਮੋਟੇ ਜਿਹੜੇ ਕੰਮ ਹੈਗੇ ਆ ਉਹਦੇ ਲਈ ਮੋਟਰਸਾਈਕਲਸ ਦੀ ਬਹੁਤ ਜ਼ਰੂਰਤ ਸੀਗੀ। ਹੌਲੀ ਕਰਕੇ ਕਈ ਪਿੰਡਾਂ ਵਾਲੇ ਆਪਦੇ ਮੋਟਰਸਾਈਕਲ ਲਿਆਉਣ ਲੱਗੇ ਆਪਦੇ ਨਾਲ, ਤਾਂ ਉਹਦੇ ਨਾਲ ਸੌਖਾ ਹੋ ਗਿਆ। ਜੇ ਕੋਈ 5-6 ਟਰਾਲੀਆਂ ਦਾ ਡੇਰਾ ਹੁੰਦਾ, ਉਹਨਾਂ ਲਈ ਇੱਕ ਅੱਧਾ ਮੋਟਰਸਾਈਕਲ ਬਹੁਤ ਸੀਗਾ, ਤਾਂ ਇਸ ਨਾਲ ਸਾਡੀ ਉਹ ਮੁਸ਼ਕਿਲ ਹੱਲ ਹੋ ਗਈ। ਫਿਰ ਹੁਣ ਆਹ ਮੀਂਹ ਪੈਣ ਤੋਂ ਬਾਅਦ ਜਿਹੜੀ ਠੰਡ ਹੈ ਉਹਦੇ 'ਚ ਕਾਫੀ ਇਜ਼ਾਫਾ ਹੋ ਗਿਆ, ਕਾਫੀ ਵੱਧ ਗਈ ਸੀ ਠੰਡ। ਤਾਂ ਫਿਰ ਜਿਹੜੇ ਆਪਣੇ ਹਰਿਆਣੇ ਦੇ ਵੀ ਲੋਕ ਸੀਗੇ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਸੀਗਾ, ਤਾਂ ਸਾਨੂੰ ਲੱਕੜਾਂ ਮੁਹੱਈਆ ਕਰਾਈਆਂ ਗਈਆਂ, ਕਿਉਂਕਿ ਜਿਹੜਾ ਦੇਸੀ ਗੀਜ਼ਰ ਹੈਗਾ, ਕਈ ਸਾਡੇ ਕੋਲ ਦੇਸੀ ਗੀਜ਼ਰ ਸੀਗੇ, ਫਿਰ ਅਸੀਂ ਦੇਸੀ ਗੀਜ਼ਰ ਵੀ ਵੰਡੇ ਗਏ ਲੋਕਾਂ ਦੁਆਰਾ, ਉਹ ਵੀ ਸਾਡੀ ਮੁਸ਼ਕਿਲ ਹੱਲ ਹੋ ਗਈ। ਪਰ ਫਿਰ ਵੀ ਕਿਤੇ ਨਾ ਕਿਤੇ ਕਈ ਲੋਕ ਜਿਹੜੇ ਹੈਗੇ ਉਹ ਇਸ ਤੋਂ ਵਾਂਝੇ ਰਹਿ ਗਏ ਹੈ। ਕਈਆਂ ਕੋਲੇ ਲੱਕੜਾਂ ਹੈਗੀਆਂ ਤਾਂ ਦੇਸੀ ਗੀਜ਼ਰ ਹੈ ਨਹੀਂਗਾ, ਜੇ ਦੇਸੀ ਗੀਜ਼ਰ ਹੈਗਾ ਤਾਂ ਲੱਕੜਾਂ ਨਹੀਂ ਹੈਗੀਆਂ। ਇਹਨਾਂ ਦੋਨਾਂ ਦੀ ਚੀਜ਼ਾਂ ਦੀ ਕਮੀ ਆ ਰਹੀ ਹੈ। ਹਾਲਾਂਕਿ ਖਾਣ ਪੀਣ ਨੂੰ ਜਾਂ ਹੋਰ ਚੀਜ਼ਾਂ ਨੂੰ ਉਹ ਸਮੱਗਰੀ ਬਹੁਤ ਹੈਗੀ ਹੈ, ਪਰ ਆਪਾਂ ਨੂੰ ਦੂਜੀਆਂ ਚੀਜ਼ਾਂ ਵੱਲ ਨਹੀਂ ਵੇਖਣਾ ਚਾਹੀਦਾ ਜਿਹੜੀਆਂ ਕਿ ਲੋੜੀ ਦੀਆਂ ਹੁੰਦੀਆਂ। ਉਹ ਸਿਰਫ ਆਪਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਆਪਾਂ ਵਿੱਚ ਜਾ ਕੇ ਗੱਲ ਕਰਦੇ ਹਾਂ। ਜੇ ਆਪਾਂ ਪਾਸੇ 'ਤੇ ਖੜ੍ਹ ਕੇ ਜਾਂ ਦੂਰ ਰਹਿ ਕੇ ਹੀ ਸੇਵਾ ਹਾਲਾਂਕਿ ਆਪਾਂ ਭੁਗਤਾਉਣੇ ਆ, ਪਰ ਜੇ ਉਹ ਚੀਜ਼ ਪਹਿਲਾਂ ਤੋਂ ਹੀ ਇੰਨੀ ਹੈਗੀ ਹੈ ਕਿ ਆਪਣੀ ਲੋੜ ਪੂਰੀ ਹੋ ਚੁੱਕੀ ਹੈ, ਫਿਰ ਉਹ ਫਜ਼ੂਲ ਹੀ ਜਾਂਦੀ ਹੈ। ਜਿਵੇਂ ਕਿ ਰਾਸ਼ਨ ਸਾਡੇ ਕੋਲੇ ਬਹੁਤ ਹੈਗਾ, ਉਸ ਦੀ ਫਿਰ ਫਜ਼ੂਲ ਵਰਤੋਂ ਹੁੰਦੀ ਹੈ, ਜਾਂ ਫਜ਼ੂਲ ਹੀ ਪਿਆ ਰਹਿ ਜਾਂਦਾ ਜਾਂ ਖਰਾਬ ਹੀ ਹੋ ਜਾਂਦਾ। ਹਾਂਜੀ, ਇੱਕ ਮਿੰਟ ਮੈਂ ਬਰਾੜ ਸਾਹਿਬ ਤੁਹਾਨੂੰ ਰੋਕਣਾ ਚਾਹਾਂਗੀ। ਜਿਵੇਂ ਤੁਸੀਂ ਕਹਿੰਦੇ ਵੀ ਖਾਣਾ ਬਹੁਤ ਜ਼ਿਆਦਾ ਹੋ ਜਾਂਦਾ ਹੈ, ਜਿਹੜੇ ਦੂਸਰੇ ਜਿੱਥੇ ਦਿੱਲੀ ਦੇ ਦੂਸਰੇ ਬਾਰਡਰਸ ਹੈਗੇ ਨੇ, ਤੁਸੀਂ ਉੱਥੇ ਵੀ ਹੋ ਕੇ ਆਏ, ਤੁਹਾਨੂੰ ਕੀ ਲੱਗਦਾ ਕਿ ਉੱਥੇ ਜਿਹੜਾ ਖਾਣਾ ਵਗੈਰਾ ਹੈਗਾ ਉਹ ਪ੍ਰੋਪਰ ਹੈਗਾ ਹੈ, ਜਾਂ ਤੁਸੀਂ ਇੱਥੋਂ ਕੋਈ ਸ਼ਿਫਟ ਕਰਦੇ ਹੋ ਕਿ ਥੋੜ੍ਹਾ ਬਹੁਤ ਚਲੋ ਉੱਧਰਲੇ ਪਾਸੇ ਅਸੀਂ ਅਨਾਜ ਵਗੈਰਾ ਭੇਜ ਦਈਏ ਜਾਂ ਸਬਜ਼ੀਆਂ ਦਾਲਾਂ ਭੇਜ ਦਈਏ? ਨਹੀਂ ਜੀ, ਉੱਥੇ ਕਾਫੀ ਹੈਗਾ, ਕਾਫੀ ਮਾਤਰਾ ਦੇ ਵਿੱਚ ਹੈਗਾ। ਜਿਹੜੇ ਸਬਜ਼ੀਆਂ ਹੈਗੀਆਂ, ਫਰੈਸ਼ ਸਬਜ਼ੀਆਂ ਜਾਂ ਦਾਲਾਂ, ਉੱਥੋਂ ਦੇ ਲੋਕਲ ਲੋਕ ਜਾਂ ਨਾਲ ਦੇ ਪਿੰਡਾਂ ਦੇ ਜਿੰਨੇ ਵੀ ਹਰਿਆਣਾ ਦੇ ਲੋਕ ਹੈਗੇ ਆ ਉਹ ਪਹੁੰਚਾ ਰਹੇ ਆ। ਦੁੱਧ, ਦਹੀਂ, ਆਪਦਾ ਜਿੰਨਾ ਵੀ ਉਹਨਾਂ ਦੇ ਪੋਸੀਬਿਲਿਟੀ ਹੈਗੀ ਹੈ। ਦੁੱਧ ਮੈਂ ਤੁਹਾਨੂੰ ਇਸ ਹੱਦ ਤੱਕ ਮੈਂ ਦੱਸ ਦਿੰਦਾ ਵੀ ਉੱਥੋਂ ਦੇ ਜਿਹੜੇ ਪਿੰਡਾਂ ਦੇ ਲੋਕ ਹੈਗੇ ਆ ਉਹ ਆਪਦਾ ਤਾਂ ਰਿੜਕਣਾ ਬੰਦ ਕਰਤਾ ਉਹਨਾਂ ਨੇ, ਅਤੇ ਜਿੰਨਾ ਵੀ ਦੁੱਧ ਇਕੱਠਾ ਕਰਕੇ ਉਹ ਪਹਿਲਾਂ ਟੈਂਕਰਾਂ ਦੇ ਵਿੱਚ ਭਰ ਲੈਂਦੇ ਆ ਵੀ ਬਈ ਆਪਾਂ ਆਪਦੇ ਕਿਸਾਨਾਂ ਨੂੰ ਉੱਥੇ ਦੇ ਕੇ ਆਉਣਾ। ਖਾਣ ਪੀਣ ਦੀ ਕੋਈ ਘਾਟ ਨਹੀਂ ਹੈਗੀ ਜੀ। ਖਾਣ ਪੀਣ ਵਾਸਤੇ ਇੱਥੇ ਪੰਜਾਬੀਆਂ ਕੋਲੇ ਆਪਦਾ ਵੀ ਬਹੁਤ ਹੈਗਾ, ਪਰ ਪਿੱਛੋਂ ਵੀ ਹਰਿਆਣਾ ਦੇ ਲੋਕਾਂ ਦਾ ਵੀ ਪੂਰਾ ਸਾਥ ਹੈ। ਮੇਨਲੀ ਲੋੜ ਹੈਗੀ ਹੈ ਗਰਮ ਕੱਪੜੇ ਹੋ ਗਏ, ਜਿਨ੍ਹਾਂ ਨਾਲ ਕਿ ਜਿਹੜੇ ਆਪਣੇ ਬਜ਼ੁਰਗ ਜਿਹੜੇ ਇੱਥੇ ਬੈਠੇ ਆ
ਉਹਨਾਂ ਨੂੰ ਤਕਲੀਫ ਹੁੰਦੀ ਹੈ ਠੰਡ ਦੇ ਵਿੱਚ। ਹਾਲਾਂਕਿ ਕਈਆਂ ਕੋਲੇ ਪੂਰਾ, ਕਈਆਂ ਕੋਲੇ ਨਹੀਂ ਵੀ ਹੈਗਾ, ਇਹਦੇ ਵਿੱਚ ਵੀ ਨਹੀਂ ਹੈਗਾ, ਕਿਉਂਕਿ ਕਈਆਂ ਦੇ ਗਿੱਲੇ ਹੋ ਗਿਆ ਸਮਾਨ ਸਾਰਾ ਠੰਡ ਦੇ ਵਿੱਚ। ਜਦੋਂ ਧਰਤੀ ਤੇ ਤਾਂ ਉੱਥੇ ਸੜਕ ਤੇ ਤਾਂ ਪੈਂਦੇ ਸੀਗੇ, ਤੇ ਉਸ ਕਰਕੇ ਉਸ ਬਾਬਤ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਹੈ। ਗਰਮ ਕੱਪੜੇ ਚਾਹੀਦੇ ਆ ਜੀ, ਕੋਈ ਜਰਾਬਾਂ ਹੋਣਗੀਆਂ। ਫਿਰ ਉਸ ਤੋਂ ਬਾਅਦ ਆਪਣੀ ਗੱਲ ਆਉਂਦੀ ਹੈ ਦੇਸੀ ਗੀਜ਼ਰਾਂ ਦੀ, ਜਿਹਦੇ ਨਾਲ ਕਿ ਗਰਮ ਪਾਣੀ ਦੀ ਵਿਵਸਥਾ ਹੋ ਸਕੇ। ਫਿਰ ਉਸ ਤੋਂ ਬਾਅਦ ਆਪਣੀ ਗੱਲ ਆਉਂਦੀ ਹੈ ਲੱਕੜਾਂ ਦੀ, ਜਿਹੜਾ ਕਿ ਆਪਾਂ ਗੀਜ਼ਰ ਦੇ ਵਿੱਚ ਇਸਤੇਮਾਲ ਕਰਕੇ ਆਪਾਂ ਪਾਣੀ ਵਰਤ ਸਕੀਏ। ਤੇ ਪਾਣੀ ਦੇ ਟੈਂਕਰਸ ਮੇਨਲੀ, ਉਹ ਸਿਰਫ ਉਹੀ ਹੈ ਵੀ ਆਪਦੇ 5-6 ਡੇਰੇ ਦੇ ਵਿੱਚ ਜਾ ਕੇ, ਲੋਕਾਂ ਦੇ ਵਿੱਚ ਜਾ ਕੇ ਪੁੱਛੋ ਵੀ ਤੁਹਾਨੂੰ ਕੀ ਲੋੜ ਹੈ, ਉਹ ਤੁਹਾਨੂੰ ਆਪੇ ਆਪਣੀ ਜਿਹੜੀ ਪ੍ਰੋਬਲਮ ਹੈਗੀ ਉਹ ਦੱਸਣਗੇ, ਤੇ ਉਸ ਤਰ੍ਹਾਂ ਆਪਾਂ ਪੂਰੀ ਕਰ ਸਕਦੇ ਹਾਂ। ਜੇ ਆਪਾਂ ਵਾਧੂ ਦਾ ਉਹਨਾਂ ਨੂੰ ਦੇਈ ਗਏ ਤਾਂ ਫਿਰ ਇਸ ਨਾਲ ਸਮੱਸਿਆ ਉੱਥੇ ਹੀ ਬਣੀ ਰਹਿਣੀ ਹੈ। ਵਾਧੂ ਖਾਣ ਦੀਆਂ ਚੀਜ਼ਾਂ ਦੇਈ ਗਏ, ਸਮੱਸਿਆ ਉੱਥੇ ਹੀ ਬਣੀ ਰਹਿਣੀ ਹੈ ਜਿਹੜੀ ਦੂਜੀ ਹੈਗੀ ਹੈ, ਤੇ ਉਹ ਹੱਲ ਨਹੀਂ ਹੋਣੀ। ਜਿਵੇਂ ਹੁਣ ਹੈਗਾ ਕਿ ਸਰਦੀ ਤੇ ਹੈਗੀ, ਈਵਨ ਕਿ 2-3 ਦਿਨ ਅਸੀਂ ਕੱਪੜੇ ਪਹਿਨ ਲੈਂਦੇ ਆ, ਪਰ ਕੱਪੜੇ ਧੋਣ ਦੀ ਵੀ ਇੱਥੇ ਮੈਨੂੰ ਲੱਗਦਾ ਹੈਗੀ ਆ ਵੀ ਸਾਰਿਆਂ ਨੂੰ ਲੱਗਦਾ ਹੈ ਕਿ ਵੀ ਚਲੋ 2-3 ਦਿਨ ਤੋਂ ਬਾਅਦ ਕੱਪੜੇ ਧੋ ਲਏ ਜਾਣ। ਕੀ ਕੋਈ ਵਾਸ਼ਿੰਗ ਮਸ਼ੀਨਸ ਦਾ ਵੀ ਇੰਤਜ਼ਾਮ ਕੀਤਾ ਇੱਥੇ? ਨਹੀਂ ਜੀ, ਇੱਥੇ ਖਾਲਸਾ ਏਡ ਦੁਆਰਾ ਇੱਥੇ ਸਿੰਘੂ ਬਾਰਡਰ ਤੇ ਤਾਂ ਹੈਗਾ ਇੰਤਜ਼ਾਮ, ਬਟ ਟਿਕਰੀ ਬਾਰਡਰ ਤੇ ਇਹੋ ਜਿਹਾ ਕੋਈ ਇੰਤਜ਼ਾਮ ਨਹੀਂ ਹੈਗਾ। ਉੱਥੇ ਆਪਦੇ ਹੱਥਾਂ ਨਾਲ ਹੀ ਉੱਥੇ ਲੋਕ ਧੋ ਰਹੇ ਆ, ਠੰਡੇ ਪਾਣੀ ਨਾਲ ਜਾਂ ਗਰਮ ਪਾਣੀ ਨਾਲ, ਜਿਵੇਂ ਦੀ ਵਿਵਸਥਾ ਹੁੰਦੀ ਹੈ। ਕਿਉਂਕਿ ਇੱਥੇ ਲੋਕ ਆਪਦਾ ਉਹਨਾਂ ਕੱਪੜੇ ਲੈ ਕੇ ਆਉਂਦੇ ਆ। ਕਈ ਲੋਕਾਂ ਨੇ ਤਾਂ ਐਂ ਕੀਤਾ ਹੋਇਆ, ਆਪਦੇ ਕੱਪੜੇ ਉਸ ਬੈਗ ਦੇ ਵਿੱਚ ਮੈਲੇ ਪਾਏ, ਉਹ ਪਿੰਡ ਵਾਪਸ ਭੇਜ ਦਿੱਤੇ, ਫਿਰ ਧੁਲ ਕੇ ਆ ਜਾਂਦੇ ਆ। ਕਈ ਜਿਹੜੇ ਲੋਕਲਸ ਹੈਗੇ ਆ ਉਹ ਵੀ ਮਦਦ ਕਰ ਰਹੇ ਆ। ਪਰ ਜੇ ਮਸ਼ੀਨਾਂ ਦੀ ਇੱਥੇ ਵਿਵਸਥਾ ਲੱਗ ਜੂਗੀ ਚੰਗੀ ਤਰ੍ਹਾਂ, ਜਾਂ ਇਸ ਤਰ੍ਹਾਂ ਦਾ ਹੋ ਜਾਊਗਾ, ਤਾਂ ਫਿਰ ਉਹ ਹੋਰ ਵੀ ਸੌਖਾ ਹੋ ਜਾਊਗਾ ਰਹਿਣਾ, ਤੇ ਹੋਰ ਵੀ ਸੌਖਾ ਹੋ ਜਾਊਗਾ ਆਪਦੇ ਕੱਪੜੇ ਧੋਣਾ ਜਾਂ ਆਪਦਾ ਕੋਈ ਵੀ ਕੰਮ ਕਰਨਾ। ਔਰ ਜਿਹੜੀਆਂ ਔਰਤਾਂ ਆਈਆਂ ਹੋਈਆਂ ਨੇ, ਬਜ਼ੁਰਗ ਔਰਤਾਂ ਹੈਗੀਆਂ ਨੇ, ਬੱਚੇ ਵੀ ਨੇ ਕਈ ਛੋਟੇ ਆਏ ਹੋਏ ਹੈ ਨਾ, ਉਹਨਾਂ ਵਾਸਤੇ ਕੀ ਕੋਈ ਸਪੈਸ਼ਲ ਅਰੇਂਜਮੈਂਟ ਕੀਤਾ ਗਿਆ? ਜੀ, ਉਹਨਾਂ ਵਾਸਤੇ ਉੱਥੇ ਸਪੈਸ਼ਲ ਅਰੇਂਜਮੈਂਟ ਮੈਂ ਕੋਈ ਐਸ ਖਾਸ ਨਹੀਂ ਦੇਖਿਆ, ਪਰ ਕਈ ਜਗ੍ਹਾਵਾਂ ਤੇ ਲੇਡੀਜ਼ ਲਈ ਆਪਦੇ ਜਿਹੜੇ ਲੋਕਲਸ ਉੱਥੇ ਟਿਕਰੀ ਬਾਰਡਰ ਤੇ ਜਿਹੜੇ ਜਿੰਨੇ ਵੀ ਲੋਕਲ ਹੈਗੇ ਆ, ਦੁਕਾਨਦਾਰ ਹੈਗੇ ਆ, ਹਸਪੀਟਲ ਹੈਗੇ ਆ, ਜਾਂ ਜਿੰਨੇ ਵੀ ਉੱਥੇ ਆਪਣੇ ਕੰਮ ਕਰਨ ਵਾਲੇ ਹੈਗੇ ਆ, ਉਹਨਾਂ ਨੇ ਇਨਸਾਨੀਅਤ ਦੇ ਤੌਰ ਤੇ ਉੱਥੇ ਆਪਦਾ ਜਿਹੜਾ ਵਾਸ਼ਰੂਮ ਹੈਗਾ, ਬਾਥਰੂਮ ਹੈਗਾ, ਉਹ ਯੂਜ਼ ਕਰਨ ਵਾਸਤੇ ਉੱਥੇ ਪੂਰਾ ਖੋਲ੍ਹ ਦਿੱਤਾ। ਉੱਥੇ ਲੇਡੀਜ਼ ਲਈ ਉੱਥੇ ਉਹਨਾਂ ਨੇ ਸਪੈਸ਼ਲੀ ਉੱਥੇ ਅਰੇਂਜਮੈਂਟ ਕੀਤਾ ਹੋਇਆ ਵੀ ਇੱਥੇ ਆ ਕੇ ਨਹਾ ਸਕਦੇ ਆ। ਗਰਮ ਪਾਣੀ ਦੀ ਉੱਥੇ ਪੂਰੀ ਸੁਵਿਧਾ ਹੈਗੀ ਹੈ, ਬੱਚਿਆਂ ਲਈ ਵੀ ਤੇ ਲੇਡੀਜ਼ ਦੇ ਲਈ ਵੀ ਉੱਥੇ ਉਹ। ਬਟ ਉਹ ਵੀ ਕਿਸੇ ਹੱਦ ਤੱਕ ਉਹਨਾਂ ਨੂੰ ਪੂਰਾ ਕਰ ਸਕਦੇ ਆ, ਸਾਰੀ ਸੰਗਤ ਨੂੰ ਤਾਂ ਉਹ ਵਰਤਾ ਨਹੀਂ ਸਕਦੇ ਜੀ। ਠੀਕ ਹੈ। ਜਿਵੇਂ ਕਈ ਇੱਥੇ ਆਉਂਦੇ ਨੇ ਤੇ ਕਹਿੰਦੇ ਨੇ ਵੀ ਚਲੋ ਅਸੀਂ 11,000 ਦੇ ਦਿੰਦੇ ਆ ਜਾਂ 10,000 ਰੁਪਏ ਦੇ ਦਿੰਦੇ ਆ, ਡੋਨੇਸ਼ਨ ਵਜੋਂ ਦੇ ਦਿੰਦੇ ਆ। ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਟਾਈਮ ਪੈਸੇ ਦੀ ਜ਼ਰੂਰਤ ਜ਼ਿਆਦਾ ਹੈ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦੀ ਜ਼ਰੂਰਤ ਉਹ ਦਿੱਤੀਆਂ ਜਾਣ? ਜੀ ਵੇਖੋ, ਪੈਸੇ ਦੀ ਜ਼ਰੂਰਤ ਜਾਂ ਦੂਜੀਆਂ ਚੀਜ਼ਾਂ ਦੀ ਜ਼ਰੂਰਤ ਦਾ ਤਾਂ ਨਹੀਂ ਮੈਨੂੰ ਪਤਾ, ਬਟ ਗੱਲ ਇਹ ਹੈ ਜੇ ਉਹ ਪੈਸੇ ਇੱਥੇ ਆਉਂਦੇ ਆ ਤੇ ਉਹਨਾਂ ਦਾ ਜੇ ਆਪਾਂ ਇਸਤੇਮਾਲ ਸਹੀ ਕਰੀਏ, ਯਾਨੀ ਕਿ ਇੱਕ ਵੀ ਕਿੱਥੇ ਕਿੱਥੇ ਆਪਾਂ ਲਾ ਸਕਦੇ ਹਾਂ, ਬਸ ਇਸ ਤਰੀਕੇ ਦਾ ਵੇਖ ਲਈਏ। ਹੋਰ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਹਰ ਇੱਕ ਬਲਾਕ ਦੇ ਜਾਂ ਹਰ ਇੱਕ 5-6 ਟਰਾਲੀਆਂ ਦਾ ਜਿੱਥੇ ਜੱਥਾ ਬਣਦਾ ਉੱਥੇ ਉਹਨਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਜ਼ਰੂਰਤ ਪੁੱਛੀ ਜਾਵੇ, ਉਹਨੂੰ ਉਸੇ ਹਿਸਾਬ ਨਾਲ ਪੂਰਾ ਕੀਤਾ ਜਾਵੇ। ਬਸ ਇਸੇ ਤਰ੍ਹਾਂ ਹੀ ਆਪਾਂ ਆਪਦੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਹੌਲੀ ਹੌਲੀ ਕਵਰ ਕਰ ਸਕਦੇ ਹਾਂ, ਕਿਉਂਕਿ ਹੌਲੀ ਹੌਲੀ ਆਪਾਂ ਨੂੰ ਪਤਾ ਲੱਗਦਾ ਵੀ ਕਿਸ ਚੀਜ਼ ਦੀ ਲੋੜ ਹੈ, ਕਿਸ ਚੀਜ਼ ਦੀ ਨਹੀਂ। ਤਾਂ ਉਹ ਸਿਰਫ ਇੱਕ ਵੈਲ ਆਰਗੇਨਾਈਜੇਸ਼ਨ ਜਦੋਂ ਬਣੂਗੀ, ਆਰਗੇਨਾਈਜ਼ ਤਰੀਕੇ ਨਾਲ ਸਾਰਾ ਫੰਡ ਦਾ ਯੂਜ਼ ਹੋਊਗਾ, ਆਰਗੇਨਾਈਜ਼ ਤਰੀਕੇ ਨਾਲ ਲੋਕਾਂ ਤੋਂ ਪੁੱਛਿਆ ਜਾਊਗਾ, ਤਾਂ ਹੀ ਆਪਾਂ ਇਹਨੂੰ ਹੋਰ ਆਰਗੇਨਾਈਜ਼ ਤਰੀਕੇ ਨਾਲ ਇਸ ਆਪਣੇ ਸੰਘਰਸ਼ ਨੂੰ ਚਲਾ ਸਕਾਂਗੇ। ਬਹੁਤ ਬਹੁਤ ਸ਼ੁਕਰੀਆ ਕਮਲ ਤੁਹਾਡਾ। ਜਿਵੇਂ ਅਸੀਂ ਦੇਖਿਆ ਕਿ ਕਮਲ ਨੇ ਦੱਸਿਆ ਕਿ 15 ਦਿਨ ਹੋ ਗਏ ਨੇ ਉਹਨਾਂ ਨੂੰ ਇੱਥੇ ਰਹਿੰਦਿਆਂ ਨੂੰ, ਪਰ ਹਜੇ ਵੀ ਕਿਤੇ ਕਿਤੇ ਚੀਜ਼ਾਂ ਦੀ ਜ਼ਰੂਰਤ ਹੈਗੀ ਆ। ਜਿਵੇਂ ਸੁੱਕੀਆਂ ਲੱਕੜਾਂ ਜਿਹੜੀਆਂ ਨੇ ਰਾਤ ਨੂੰ ਸੇਕਣਾ ਹੁੰਦਾ ਬਜ਼ੁਰਗਾਂ ਨੇ, ਉਹਦੀ ਜ਼ਰੂਰਤ ਹੈਗੀ ਆ। ਤੇ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਜਿਹੜੀਆਂ ਹੈਗੀਆਂ ਇੱਥੇ ਸਿੰਘੂ ਬਾਰਡਰ ਤੇ ਤਾਂ ਲੱਗੀਆਂ ਹੋਈਆਂ ਨੇ, ਪਰ ਦੂਸਰੇ ਜਿਹੜੇ ਬਾਰਡਰ ਨੇ ਜਿੱਥੇ ਲੋਕ ਬੈਠੇ ਨੇ ਉੱਥੇ ਵਾਸ਼ਿੰਗ ਮਸ਼ੀਨਸ ਨਹੀਂ ਹੈਗੀਆਂ, ਕਿਉਂਕਿ ਦਿਨੇ ਕਈ ਵਾਰੀ ਧੁੱਪ ਨਿਕਲਦੀ ਹੈ, ਕਈ ਵਾਰੀ ਨਹੀਂ ਨਿਕਲਦੀ, ਤੇ ਕੱਪੜੇ ਜਿਹੜੇ ਸੁਕਾਉਣੇ ਉਹ ਬਹੁਤ ਜ਼ਰੂਰੀ ਹੈਗੇ ਨੇ। ਕਿਉਂਕਿ ਇੱਥੇ ਲੰਗਰ ਦੀ ਕੋਈ ਕਮੀ ਨਹੀਂ ਹੈਗੀ, ਈਵਨ ਕਿ ਬਦਾਮ ਵੀ ਵੰਡੇ ਜਾਂਦੇ ਨੇ, ਪਰ ਸਿਹਤ ਦੇ ਨਾਲ ਕਹਿੰਦੇ ਸਾਨੂੰ ਥੋੜਾ ਜਿਹਾ ਜਿਹੜਾ ਹੈਗਾ ਆ ਉਹ ਗਰਮ ਕੱਪੜੇ ਜਿਹੜੇ ਹੈਗੇ ਨੇ, ਹੋਰ ਚੀਜ਼ਾਂ, ਗਰਮ ਪਾਣੀ ਖਾਸ ਕਰਕੇ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਪੇਂਡੂ ਆਸਟ੍ਰੇਲੀਆ ਵੱਲੋਂ ਇਹ ਖਾਸ ਅਪੀਲ ਕੀਤੀ ਜਾਂਦੀ ਹੈਗੀ ਆ ਕਿ ਲੋਕ ਜਿਹੜੇ ਨੇ ਪੈਸੇ ਤੇ ਜਿਹੜੇ ਦਿੰਦੇ ਨੇ ਉਹਨਾਂ ਨੂੰ, ਹਾਲਾਂਕਿ ਅਵੋਇਡ ਵੀ ਕਈ ਵਾਰੀ ਕੀਤਾ ਜਾਂਦਾ ਕਿ ਪੈਸੇ ਦੇਣ ਦੀ ਬਜਾਏ ਜਿਹੜੀ ਹੈਗੀ ਨੇ ਨਾ ਉਹ ਇਸ ਤਰੀਕੇ ਦੀ ਮਦਦ ਕਰਨ ਕਿ ਗਰਮ ਕੰਬਲ ਹੋ ਗਏ, ਕੱਪੜੇ ਹੋ ਗਏ ਜਿਹੜੇ ਕਿ ਲੋਕਾਂ ਦੇ ਕੋਲ ਨਹੀਂ ਹੈਗੇ, ਉਹਨਾਂ ਚੀਜ਼ਾਂ ਦੀ ਮਦਦ ਕੀਤੀ ਜਾਵੇ। ਸੋ ਮੈਂ ਸਿਮਰਨ ਸੇਠੀ, ਪੇਂਡੂ ਆਸਟ੍ਰੇਲੀਆ ਤੋਂ।